ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਹਮ ਸਰ ਦੀਨ ਦਇਆਲ ਨਾ ਤੁਮ ਸਰ ਅਬ ਪਤਿਆਰ ਕਿਆ ਕੀਜੈ। ਬਚਨੀ ਤੋਰ ਮੋਰ ਮਨ ਮਾਨੈ ਜਨ ਕਉ ਪੂਰਨ ਦੀਜੈ। ਹਉ ਬਲ ਬਲ ਜਾਉਰ ਮਈਆ ਕਾਰਨੇ ਕਾਰਨ ਕਵਨ ਅਭੂਲ। ਬਹੁਤ ਜਨਮ ਬਿਛਰੇ ਥੇ ਮਾਧੋ ਇਹੋ ਜਨਮ ਤੁਮਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵਾ ਚਿਰ ਭਇਓ ਦਰਸ਼ਨ ਦੇਖੇ। ਵਾਹਿਗੁਰੂ ਸਾਹਿਬ ਜੀਓ ਕਬਿਤ ਸ੍ਰੀ ਗੁਰ ਦਰਸ ਧਿਆਨ ਸ੍ਰੀ ਗੁਰ ਸ਼ਬਦ ਗਿਆਨ ਸ਼ਸਤਰ ਸਨਾਹ ਪੰਚ ਦੂਤ ਬਸ ਆਏ ਹੈ। ਸ੍ਰੀ ਗੁਰ ਚਰਨ ਰੇਨ ਸ੍ਰੀ ਗੁਰ ਸਰਣ ਧੈਨ ਕਰਮ ਭਰਮ ਕਾਟ ਅਭੈ ਪਦ ਪਾਏ ਹੈ। ਸ੍ਰੀ ਗੁਰ ਬਚਨ ਲਿਖ ਸ੍ਰੀ ਗੁਰ ਸੇਵਕ ਭੇਖ ਆਸ਼ਾਲ ਆਲੇਖ ਪ੍ਰਭ ਅਲਖ ਲਖਾਏ ਹੈ। ਗੁਰ ਸਿੱਖ ਸਾਧ ਸੰਗ ਗੋਸਟ ਪ੍ਰੇਮ ਪ੍ਰਸੰਗ ਨਿਮਰਤਾ ਨਿਰੰਤਰ ਕੈ ਸਹਿਜ ਸਮਾਏ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਸਵਾਰੀ ਗੁਰੂ ਪਿਆਰੀ ਗੁਰੂ ਕਾ ਖਾਸ ਰੂਪ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਤਿਅੰਤ ਬਖਸ਼ਿਸ਼ ਦੇ ਸਦਕਾ ਸਰਬੱਤ ਮਾਈ ਭਾਈ ਗੁਰ ਸਿੱਖ ਸੰਗਤਾਂ ਮਿਲ ਜੁਲ ਕੇ ਪ੍ਰੇਮ ਸ਼ਰਧਾ ਭਾਵਨਾ ਸਾਹਿਤ ਗਰੀਬ ਨਵਾਜ਼ ਅੰਮ੍ਰਿਤ ਕੇ ਦਾਤੇ ਦੀਨ ਦੁਨੀ ਦੇ ਮਾਲਕ ਪੰਥ ਦੇ ਵਾਲੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਿੰਨਾਂ ਦੇ ਚਰਨ ਛੋਹ ਪ੍ਰਾਪਤ ਪਾਵਨ ਪਵਿੱਤਰ ਸਥਾਨ ਤੇ ਲੋਕ ਪਰਲੋਕ ਦੇ ਮਾਲਕ ਜਗਤ ਜਲੰਦੇ ਨੂੰ ਠਾਰਨ ਵਾਲੇ ਆਪਣੀ ਰਹਿਮਤ ਸੰਸਾਰ ਤੇ ਵਸਾ ਕਰਕੇ ਤਪਦੇ ਹੋਏ ਸੰਸਾਰ ਸਮੁੰਦਰ ਚੋਂ
ਨਾਮ ਦੀ ਠੰਡਕ ਦੇ ਕਰਕੇ ਇਸ ਅਗਨੀ ਦੇ ਵਿੱਚੋਂ ਬਚਾਉਣ ਹਾਰੇ ਨਾਮ ਦਾ ਜਹਾਜ਼ ਸੰਸਾਰ ਦੇ ਜੀਵਾਂ ਨੂੰ ਬਖਸ਼ਿਸ਼ ਕਰਕੇ ਉਸ ਉੱਪਰ ਅਸਵਾਰ ਕਰਾ ਕੇ ਸੰਸਾਰੀਆਂ ਨੂੰ ਇਹ ਭਵਜਲ ਤੋਂ ਪਾਰ ਲਾਉਣ ਹਾਰੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮੁਬਾਰਕ ਗੋਦ ਅੰਦਰ ਇਕੱਤਰਿਤ ਹੁੰਨੇ ਆ। ਕਿਰਪਾਲੂ ਦਿਆਲੂ ਸਤਿਗੁਰੂ ਜੀ ਸਾਡੇ ਜੀਵਾਂ ਦੇ ਉੱਪਰ ਤਰੁੱਠ ਕਰਕੇ ਸਾਨੂੰ ਕਿਰਪਾ ਦੇ ਘਰ ਵਿੱਚ ਆਏ ਤੇ ਸੰਸਾਰ ਤੋਂ ਤਰਨ ਵਾਸਤੇ ਨਾਮ ਦੇ ਜਹਾਜ਼ ਤੇ ਚੜ੍ਹਨ ਵਾਸਤੇ ਸਾਨੂੰ ਪਾਵਨ ਪਵਿੱਤਰ ਉਪਦੇਸ਼ ਦ੍ਰਿੜ ਕਰਵਾਇਆ। ਉਪਦੇਸ਼ ਜਿਹੜਾ ਦ੍ਰਿੜ ਕਰਵਾਇਆ ਨਿਰਗੁਣ ਤੋਂ ਸਰਗੁਣ ਰੂਪ ਹੋ ਕਰਕੇ ਉਹ ਸੰਸਾਰੀਆਂ ਨੇ ਸੰਸਾਰ ਵਿੱਚ ਰਹਿ ਕੇ ਜਪਣ ਦਾ ਯਤਨ ਪਿਆ ਕੀਤਾ। ਉਸ ਨੂੰ ਜਪ ਕੇ ਕਮਾ ਕੇ ਆਪ ਵੀ ਉਧਰੇ ਅਸਵਾਰ ਹੋਏ ਤੇ ਦੂਜਿਆਂ ਦਾ ਵੀ ਪਾਰ ਉਤਾਰਾ ਕਰਨਾ ਚਾਹਿਆ। ਉਹ ਗੁਰੂ ਕੇ ਸਿੱਖਾਂ ਵਿੱਚੋਂ ਭਾਈ ਗੁਰਦਾਸ ਸਾਹਿਬ ਨੇ ਜੋ ਗੁਰਮਤਿ ਦੇ ਗਿਆਨ ਦੇ ਪ੍ਰਭੂ ਦੇ ਬਚਨ ਨੇ ਉਹਨਾਂ ਨੂੰ ਆਪਣੀ ਰਸਨਾ ਤੋਂ ਉਚਾਰਨ ਕਰਕੇ ਤਜਰਬਿਆਂ ਨੂੰ ਢੰਗ ਨੂੰ ਗੁਰੂ ਕੀ ਮਾਨ ਮਰਜ਼ਾਦਾ ਨੂੰ ਗੁਰਮਤਿ ਨੂੰ ਔਰ ਆਪਣੀ ਕਲਮ ਦੁਆਰਾ ਆਪਣੀ ਰਚਨਾ ਦੇ ਵਿੱਚ ਗੁੰਥੜ ਕਰ ਦਿੱਤਾ। ਕੋਈ ਪੜ੍ਹੇ, ਕੋਈ ਸੁਣੇ, ਕੋਈ ਸੁਣਾਵੇ, ਇਸ ਮਾਰਗ ਤੇ ਜਿਹੜਾ ਵੀ ਚੱਲੇਗਾ ਉਹਦਾ ਪਾਰ ਉਤਾਰਾ ਹੋ ਜਾਏਗਾ। ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਦੀ ਚੱਲਦੀ ਹੋਈ ਲੜੀਵਾਰ ਵਿਚਾਰ ਕਵਿਤ ਸਵਈਆਂ ਦੀ ਸਾਨੂੰ ਭਾਈ ਗੁਰਦਾਸ ਸਾਹਿਬ ਬਾਣੀ ਦੇ ਮੁਤਲਕ ਬਾਣੀ ਦੇ ਅਨੁਸਾਰ ਹੋ ਕੇ ਸਮਝਾਉਂਦੇ ਆ ਰਹੇ ਨੇ ਤੇ ਸਾਨੂੰ ਇਹ ਉਪਦੇਸ਼ ਕਰਦੇ ਆ ਰਹੇ ਨੇ ਕਿ ਤੇਰਾ ਜੀਵਨ ਬਾਣੀ ਦੇ ਅਨੁਕੂਲ ਹੋ ਜਾਵੇ, ਤੂੰ ਇਸ ਮਾਰਗ ਦਾ ਪਾਂਧੀ ਬਣ ਜਾਵੇਂ, ਇਸ ਮਾਰਗ ਤੇ ਟੁਰ ਪਵੇਂ, ਤਾਂ ਹੀ ਜਾ ਕੇ ਜੀਵਨ ਦੀ ਬੇੜੀ ਪਾਰ ਲੱਗਣੀ ਆ, ਤਾਂ ਹੀ ਤੇਰਾ ਜੀਵਨ ਸੁਖਾਲਾ ਹੋਣਾ ਹੈ ਸਦੀਵ ਕਾਲ ਦੇ ਲਈ, ਤਾਂ ਹੀ ਤੂੰ ਪਰਮਾਤਮਾ ਦੇ ਨਾਲ ਮਿਲੇਗਾ ਅਗਰ ਇਹਨਾਂ ਗੁਣਾਂ ਨੂੰ ਅਪਣਾ ਕੇ ਤੁਰੇਗਾ। ਭਾਈ ਸਾਹਿਬ ਪਾਵਨ ਬਚਨ ਕਰਦੇ ਨੇ, ਕਹਿਣ ਲੱਗੇ ਸ੍ਰੀ ਗੁਰ ਦਰਸ ਧਿਆਨ, ਸੰਸਾਰ ਦੇ ਵਿੱਚ ਚੱਲਣਾ ਹੈ ਤੇ ਜੋ ਸਾਰਿਆਂ ਦਾ ਸ਼ਰੋਮਣੀ ਸੋਭਾਈਮਾਨ ਉਤਕ੍ਰਿਸ਼ਟ ਗੁਰ ਚੇਤਨ ਸਰੂਪ ਅੰਧਕਾਰ ਨੂੰ ਕੱਟਣਹਾਰਾ ਚਿੱਤ ਵਧਿਆ ਹੋਇਆਂ ਹਿਰਦਿਆਂ ਦੇ ਅੰਦਰੋਂ ਅਗਿਆਨ ਦਾ ਅੰਧੇਰਾ ਨਸ਼ਟ ਕਰਕੇ ਪ੍ਰਕਾਸ਼ ਗਿਆਨ ਦਾ ਬਖਸ਼ਣਹਾਰ ਪ੍ਰਭੂ, ਉਸ ਐਸੇ ਪ੍ਰਭੂ ਦਾ ਦਰਸ ਧਿਆਨ, ਐਸਾ ਜਿਹੜਾ ਪ੍ਰਭੂ ਮਾਲਕ ਹੈ ਉਹਦਾ ਧਿਆਨ ਧਰ ਕੇ ਦਰਸ਼ਨ ਕਰਨਾ, ਧਿਆਨ ਟਿਕਾ ਕੇ ਉਹਦਾ ਦੀਦਾਰ ਜਿਹੜਾ ਕਰਨਾ ਹੈ। ਤੇ ਭਾਈ ਸਾਹਿਬ ਕਹਿੰਦੇ ਸ੍ਰੀ ਗੁਰ ਸ਼ਬਦ ਗਿਆਨ, ਜਿਹੜਾ ਸਭ ਦਾ ਸ਼੍ਰੋਮਣੀ, ਸਭ ਦਾ ਮਾਲਕ ਹੈ, ਸੁਭਾਏਮਾਨ ਪਰਿਪੂਰਨ ਪਰਮਾਤਮਾ ਸਭ ਦਾ ਸ਼੍ਰੋਮਣੀ ਹੈ, ਉਹ ਗੁਰੂ ਜਿਹੜਾ ਅੰਧਕਾਰ ਨੂੰ ਕੱਟਣਹਾਰਾ, ਜਿਸ ਤੋਂ ਬਿਨਾਂ ਜੀਵਾਂ ਦੇ ਹਿਰਦਿਆਂ ਦੇ ਅੰਦਰ ਅਗਿਆਨਤਾ ਦਾ ਅੰਧੇਰਾ ਭਰ ਜਾਂਦਾ ਹੈ, ਜਿਹੜੇ ਗੁਰੂ ਤੋਂ ਬਗੈਰ ਸਮਝ ਕੋਈ ਨਹੀਂ ਆਉਂਦੀ, ਜਿਹੜੇ ਗੁਰੂ ਧਾਰਨ ਕੀਤੇ ਤੋਂ ਬਗੈਰ ਸੁਰਤ ਦੀ ਇਕਾਗਰਤਾ ਨਹੀਂ ਬਣ ਆਉਂਦੀ,
ਔਰ ਗੁਰੂ ਤੋਂ ਬਗੈਰ ਕਿਸੇ ਕਾਰਜ ਦੀ ਸਿੱਧੀ ਨਹੀਂ ਹੁੰਦੀ, ਸੰਪੰਨਤਾ ਨਹੀਂ ਹੁੰਦੀ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਹੈ ਸ਼ਬਦ, ਉਹ ਆ ਬ੍ਰਹਮ। ਉਹ ਬ੍ਰਹਮ ਦੇ ਉਪਦੇਸ਼ ਨੂੰ ਕਮਾ, ਸ਼ਬਦ ਨੂੰ ਧਿਆ, ਤੇਰੇ ਹਿਰਦੇ ਵਿੱਚ ਵਸੇ ਤੇ ਸ਼ਬਦ ਦਾ ਧਿਆਨ ਧਰਦਿਆਂ, ਸ਼ਬਦ ਦਾ ਜਾਪ ਕਰਦਿਆਂ ਆਪਣੇ ਅੰਦਰੋਂ ਆਪਨੱਤ ਨੂੰ ਮਾਰ ਦੇ, ਨਸ਼ਟ ਕਰ ਦੇ ਸ਼ਬਦ ਦੇ ਆਸਰੇ। ਜਦੋਂ ਇਹਨੂੰ ਕਰ ਦਿੱਤਾ, ਆਪਨੱਤ ਵੱਲੋਂ ਤੂੰ ਮਰ ਗਿਆ, ਆਪਨੱਤ ਨੂੰ ਦਮਨ ਕਰਤਾ, ਫਿਰ ਮਹਾਰਾਜ ਸਾਹਿਬ ਕਹਿੰਦੇ ਤੂੰ ਸਦੀਵ ਕਾਲ ਜੀਵੇਂਗਾ। ਆਪਨੱਤ ਜਿਹੜੀ ਏ ਇੱਧਰ ਉੱਧਰ ਭੜਕਾਉਂਦੀ ਏ, ਜੀਵ ਦੇ ਅੰਦਰੋਂ ਪ੍ਰਕਾਸ਼ ਵਿੱਚ ਜੁੜਨ ਦਾ ਉਸ ਨੂੰ ਉਤਸ਼ਾਹ ਨਹੀਂ ਵੱਜਣ ਦਿੰਦੀ। ਭਾਈ ਸਾਹਿਬ ਕਹਿੰਦੇ ਬਈ ਤੂੰ ਉਹਦੇ ਨਾਲ ਅੰਦਰੋਂ ਜੁੜ, ਤੇ ਮਹਾਰਾਜ ਕਹਿੰਦੇ ਆ ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਤੇ ਮਹਾਰਾਜ ਇਹ ਵੀ ਬਚਨ ਕਰਦੇ ਆ, ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬੌੜ ਜਨਮ ਨਾ ਆਵਾ। ਇੱਕ ਸ਼ਬਦ ਮੇਰੇ ਪ੍ਰਾਣਾਂ ਦਾ ਆਸਰਾ ਬਣ ਜਾਏ, ਮੇਰੇ ਪ੍ਰਾਣਾਂ ਵਿੱਚ ਵਸ ਜਾਏ। ਪ੍ਰਾਣਾਂ ਵਿੱਚ ਵਸਣ ਦਾ ਮਤਲਬ ਹੈ ਸਵਾਸ ਸਵਾਸ ਚੇਤੇ ਆਉਣਾ, ਹਿਰਦੇ 'ਚ ਵਾਸਾ ਹੋ ਜਾਣਾ, ਸਿਮਰਨ ਚੱਲਣਾ। ਉਹ ਸ਼ਬਦ ਕੀ ਹੈ ਜਿਹਨੂੰ ਮਹਾਰਾਜ ਕਹਿੰਦੇ ਸ਼ਬਦ ਗੁਰੂ, ਸੁਰਤ ਧੁਨ ਚੇਲਾ। ਉਹ ਸ਼ਬਦ ਗੁਰੂ, ਉਹ ਸ਼ਬਦ। ਤੇ ਸ਼ਬਦ ਕੀ ਹੈ? ਉਪਦੇਸ਼ ਗੁਰੂ ਦਾ। ਉਹ ਉਪਦੇਸ਼ ਗੁਰੂ ਦਾ ਜਿਹੜਾ ਹੈ, ਔਰ ਉਹਦੇ ਨਾਲ ਗਿਆਨ ਪੈਦਾ ਕਰਨਾ। ਜਦੋਂ ਅੰਦਰ ਗਿਆਨ ਪ੍ਰਗਟ ਹੋ ਗਿਆ ਸ਼ਬਦ ਦਾ, ਗੁਰੂ ਦਾ, ਤੇ ਸ਼ਬਦ ਦਾ ਧਿਆਨ ਧਰਿਆ ਇਕਾਗਰਤਾ ਬਣਾ ਕੇ, ਤੇ ਸ਼ਬਦ ਦੇ ਨਾਲ, ਗਿਆਨ ਦੇ ਨਾਲ ਅੰਦਰ ਦਾ ਅਗਿਆਨ ਜਿਹੜਾ ਹੈ ਨਾ, ਉਹ ਨਸ਼ਟ ਹੋ ਜਾਵੇਗਾ, ਉਹਦਾ ਖਾਤਮਾ ਹੋਵੇਗਾ। ਭਾਈ ਸਾਹਿਬ ਕਹਿੰਦੇ ਇਹ ਦੋਨਾਂ ਗੁਣਾਂ ਨੂੰ ਧਾਰਨ ਕਰਨਾ ਤੇ ਗੁਰੂ ਤੇ ਭਾਵਨੀ ਲਿਆਉਣੀ, ਗੁਰੂ ਦੇ ਭੈ ਅੰਦਰ ਚੱਲਣਾ। ਕਹਿੰਦੇ ਸ਼ਸਤਰ ਸਨਾਹਾ, ਜਿਹੜਾ ਗੁਰੂ ਦਾ ਧਿਆਨ ਹੈ ਨਾ, ਇਹ ਤਾਂ ਹੈ ਸਨਾਹ, ਮੈਨੇ ਸੰਜੋ ਪਹਿਨੀ ਤਨ ਦੇ ਉੱਪਰ ਰਕਸ਼ਾ ਵਾਸਤੇ। ਧਿਆਨ ਗੁਰੂ ਦਾ ਹੈ ਤੇ ਗੁਰੂ ਰਖਵਾਲੀ ਪਿਆ ਕਰਦਾ, ਔਰ ਇਹ ਆ ਸੰਜੋ ਪਹਿਨੀ। ਤੇ ਜਿਹੜਾ ਗੁਰੂ ਦਾ ਗਿਆਨ ਹੈ ਨਾ, ਗਿਆਨ ਅਗਿਆਨ ਨੂੰ ਕੱਟਦਾ ਹੈ, ਧਿਆਨ ਇਕਾਗਰਤਾ ਬਣਾਉਂਦਾ ਹੈ, ਸਥਿਰਤਾ ਕਰਨੀ, ਟਿਕਾਓ। ਤੇ ਗਿਆਨ ਅਗਿਆਨ ਨੂੰ ਕੱਟਦਾ ਹੈ, ਬੇਸਮਝੀ ਨੂੰ ਕੱਟਦਾ ਹੈ। ਗਿਆਨ ਇੱਕ ਪ੍ਰਕਾਸ਼ ਹੈ ਤੇ ਉਹ ਅੰਧੇਰੇ ਨੂੰ ਕੱਟਦਾ ਹੈ, ਨਸ਼ਟ ਕਰਦਾ ਹੈ। ਕਹਿੰਦੇ ਸ਼ਸਤਰ ਹੱਥ ਵਿੱਚ ਪਕੜ, ਇਹ ਤੇਰਾ ਸ਼ਸਤਰ ਹੋਵੇ ਗਿਆਨ। ਤੇ ਤਨ ਦੇ ਉੱਪਰ ਜਿਹੜੀ ਇਕਾਗਰਤਾ ਅੰਦਰੋਂ ਬਣਾਉਣੀ, ਟਿਕਾਊ ਬਣਾਉਣਾ ਨਾ, ਉਹ ਤੇਰੀ ਸੰਜੋ ਧਿਆਨ ਪਹਿਨੀ ਹੋਵੇ। ਇਹ ਹੁਣ ਸੰਜੋ ਤਨ ਦੇ ਉੱਪਰ ਜਦੋਂ ਜੰਗ ਯੁੱਧ ਨੂੰ ਸੂਰਮੇ ਚੱਲਦੇ ਨੇ, ਉਦੋਂ ਪਹਿਨਿਆ ਕਰਦੇ ਤਿਆਰ ਬਰ ਤਿਆਰ ਹੋ ਕੇ, ਤੇ ਸ਼ਸਤਰ ਵੀ ਤਨ ਤੇ ਸਜਾਏ ਹੱਥਾਂ ਵਿੱਚ ਪਕੜੇ ਹੁੰਦੇ। ਕਹਿੰਦੇ ਪੰਚ ਦੂਤ, ਜਿਹੜੇ ਪੰਜ ਦੂਤ ਨੇ, ਕਾਮ, ਕ੍ਰੋਧ, ਲੋਭ, ਹੰਕਾਰਾ, ਔਰ ਉਹ ਜਿਹੜੇ ਅੰਦਰ ਜਾ ਕੇ ਸ਼ੁਭ ਗੁਣ ਅੰਮ੍ਰਿਤ ਲੂਟੈ, ਅੰਦਰੋਂ ਅੰਮ੍ਰਿਤ ਨੂੰ, ਸ਼ਾਂਤੀ ਨੂੰ, ਸਕੂਨ ਨੂੰ, ਟਿਕਾਉ ਨੂੰ ਲੁੱਟਦੇ ਪਏ ਨੇ। ਔਰ ਕਹਿੰਦੇ ਮਨਮੁਖ ਨਹੀਂ ਬੂਝੈ, ਮਨਮੁਖਾਂ ਨੂੰ ਪਤਾ ਨਹੀਂ ਲੱਗਦਾ ਖਾਤਮਾ ਕੀ ਹੋ ਰਿਹਾ ਤੇ ਮਿਲ ਕੀ ਰਿਹਾ ਤੇ ਜਾ ਕੀ ਰਿਹਾ। ਤੇ ਜਦੋਂ ਪਤਾ ਲੱਗੇਗਾ ਤਾਂ ਹੀ ਪੁਕਾਰ ਕਰੇਗਾ ਨਾ ਉਹ ਪੰਚ ਦੂਤ।
ਔਰ ਜਦੋਂ ਤੇਰੇ ਕੋਲ ਸੰਜੋ ਹੋਈ ਸ਼ਸਤਰ ਪਕੜੇ ਹੋਏ ਨਾ, ਭਾਈ ਗੁਰਦਾਸ ਸਾਹਿਬ ਕਹਿੰਦੇ ਪੰਜੋ ਦੇ ਪੰਜੋ ਜਿਹੜੇ ਕਿਲੇ ਤੇ ਕਾਬਜ ਹੋਏ ਪਏ ਆ ਨਾ, ਤੇ ਆਪਣੀ ਮਨਮਾਨੀ ਕਰਦੇ, ਇਹ ਭੈ ਭੀਤ ਹੋ ਕੇ ਵਸ ਆਏ ਹੈ, ਇਹ ਵਸ ਵਿੱਚ ਹੋ ਜਾਣਗੇ, ਐਨ ਅਧੀਨਗੀ ਕਬੂਲ ਲੈਣ। ਜਿਵੇਂ ਕੋਈ ਰਿਆਸਤ ਦਾ ਰਾਜਾ ਹੋਵੇ, ਇੱਕ ਰਾਜਾ ਆਪਣੀ ਸੁਰੱਖਿਅਤਾ ਦਾ ਮਜ਼ਬੂਤ ਕਰਕੇ, ਆਪਣੀ ਫੌਜ ਸ਼ਸਤਰਾਂ ਨਾਲ ਲੈਸ ਕਰਕੇ ਉਸ ਦੂਜੇ ਰਾਜੇ ਤੇ ਚੜ੍ਹਾਈ ਕਰ ਦੇਵੇ। ਫੌਜ ਤਾਂ ਹੁਣ ਉਹਦੇ ਕੋਲ ਵੀ ਹੈ, ਸ਼ਸਤਰ ਵੀ ਉਹਦੇ ਕੋਲ ਹੈ, ਇਹਨਾਂ ਪੰਜਾਂ ਦੇ ਕੋਲ ਆਪਣੀ ਫੌਜ ਵੀ ਆ ਤੇ ਪੰਜਾਂ ਦੇ ਕੋਲ ਆਪਣੇ ਆਪਣੇ ਸ਼ਸਤਰ ਵੀ ਨੇ। ਹੁਣ ਇਹ ਜਿਹੜੇ ਆ, ਜਿਵੇਂ ਬਾਹਰ ਦਾ ਰਾਜਾ ਉਹਨਾਂ ਦੀ ਚੜ੍ਹਾਈ ਨੂੰ ਦੇਖ ਕੇ, ਦੂਜਿਆਂ ਦੇ ਸ਼ਸਤਰਾਂ ਨੂੰ, ਸੈਨਾ ਦਾ ਉਤਸ਼ਾਹ ਦੇਖ ਕੇ ਭੈ ਭੀਤ ਹੋ ਜਾਂਦਾ ਹੈ, ਤੇ ਅੱਗੋਂ ਨਜ਼ਰਾਨਾ ਲੈ ਕੇ ਨਾ, ਨਜ਼ਰਾਨਾ ਲੈ ਕੇ, ਕੁਝ ਭੇਟਾਵਾਂ ਲੈ ਕੇ, ਜਿਹੜਾ ਹਮਲਾਵਰ ਰਾਜਾ ਚੜ੍ਹ ਕੇ ਆ ਰਿਹਾ ਹੈ ਨਾ, ਬਈ ਮੈਨੂੰ ਮਾਰ ਦੇਣਾ, ਮੁਕਾ ਦੇਣਾ, ਇੱਥੋਂ ਕੱਢ ਦੇਣਾ, ਵੱਢ ਦੇਣਾ, ਉਹਨੂੰ ਨਜ਼ਰਾਨਾ ਭੇਟ ਦੇ ਕੇ ਤੇ ਗੁੱਠਣੇ ਟੇਕ ਕੇ ਮਿਲਦਾ ਅੱਗੇ, ਤੇ ਉਹਦੀ ਜਾਨ ਬਖਸ਼ੀ ਹੋ ਜਾਂਦੀ। ਤੇ ਨਾਲ ਇਹ ਪਰਨ ਕਰਦਾ, ਮੈਂ ਤੇਰੇ ਮੁਤਲਕ ਚੱਲਾਂਗਾ, ਔਰ ਜੋ ਤੇਰਾ ਹੁਕਮ ਹੋਵੇਗਾ ਮੈਂ ਉਸ ਤਰ੍ਹਾਂ ਰਾਜ ਕਰਾਂਗਾ ਜਿਵੇਂ ਤੂੰ ਕਰੇਂਗਾ। ਜਦੋਂ ਕੋਈ ਗੁੱਠਣੇ ਰਾਜਾ ਟੇਕ ਦੇਵੇ, ਨਜ਼ਰਾਨਾ ਦੇ ਕੇ ਮਿਲ ਲਵੇ, ਅੱਗੋਂ ਦੀ ਅਧੀਨਗੀ ਆਉਣ ਵਾਲੇ ਹਮਲਾਵਰ ਰਾਜੇ ਦੀ ਕਬੂਲ ਲਵੇ, ਉਹਨੂੰ ਸ਼ਕਤੀਸ਼ਾਲੀ ਜਾਣ ਕੇ, ਫਿਰ ਉਹਨੂੰ ਮਾਰਿਆ ਨਹੀਂ ਜਾਂਦਾ, ਫਿਰ ਉਹਨੂੰ ਛੱਡਿਆ ਜਾਂਦਾ, ਜਾਨ ਬਖਸ਼ੀ ਜਾਂਦੀ, ਉਸੇ ਰਿਆਸਤ ਤੇ ਉਹ ਰਾਜ ਕਰਦਾ ਹੈ, ਪਰ ਹੁਕਮ ਉਹਦਾ ਚੱਲਦਾ ਹੈ ਜਿਹੜਾ ਆ ਚੜ੍ਹ ਕੇ ਆਇਆ। ਇਸੇ ਤਰ੍ਹਾਂ ਜਦੋਂ ਇਹ ਸ਼ੁਭ ਗੁਣ ਕੋਲ ਹੋਏ ਨਾ, ਤੇ ਜਿਹੜੇ ਪੰਜੋ ਦੂਤ ਸਤਾਉਂਦੇ ਨੇ, ਖਲਦਲੀ ਮਚਾਉਂਦੇ ਨੇ, ਅੰਦਰ ਦੀ ਸੁਖ ਸ਼ਾਂਤੀ ਨੂੰ ਦੀਆਂ ਧੱਜੀਆਂ ਉਡਾਉਂਦੇ ਨੇ, ਜਦੋਂ ਐਸੀ ਸੰਜੋਗ ਪਹਿਨ ਕੇ ਗਿਆਨ ਦੇ ਸ਼ਸਤਰ ਲੈ ਕੇ ਹਮਲਾ ਕੀਤਾ, ਇਹ ਪੰਜੋ ਦੇ ਪੰਜੋ ਵਸ ਵਿੱਚ ਹੋ ਜਾਂਦੇ, ਅਧੀਨ ਹੋ ਜਾਂਦੇ ਆ। ਅਸੀਂ ਹੁਣ ਮਨਮਾਨੀ ਨਹੀਂ ਕਰਾਂਗੇ, ਅਸੀਂ ਤੁਹਾਡੇ ਕਬੂਲ ਹੋ ਕੇ ਚੱਲਾਂਗੇ, ਅਨੁਕੂਲ ਹੋ ਕੇ ਚੱਲਾਂਗੇ, ਜੋ ਤੁਹਾਡਾ ਹੁਕਮ ਹੋਵੇਗਾ ਉਵੇਂ ਚੱਲਾਂਗੇ। ਭਾਈ ਗੁਰਦਾਸ ਸਾਹਿਬ ਕਹਿੰਦੇ, ਜਦੋਂ ਗੁਰੂ ਦੇ ਸ਼ਬਦ ਦਾ ਧਿਆਨ ਧਰਿਆ, ਅੰਦਰ ਆਕਾਗਰਤਾ ਬਣਾਈ, ਇਹ ਸੰਜੋਗ ਪਹਿਨ ਲਈ ਤੇ ਗਿਆਨ ਦਾ ਸ਼ਸਤਰ ਪਕੜਿਆ, ਅਗਿਆਨ ਦੀ ਸੈਨਾ, ਅਗਿਆਨ ਦੇ ਸਹਿਤ ਹੋ ਕੇ ਇਹ ਪੰਜੋ ਆ ਕੇ ਵਾਸਾ ਕਰਦੇ ਆ, ਅਗਿਆਨ ਨੂੰ ਕਟਿਆ। ਕਹਿੰਦੇ ਪੰਜੇ ਦੇ ਪੰਜੇ ਅਧੀਨ ਹੋ ਗਏ, ਪੰਜੇ ਅਧੀਨ ਹੋ ਗਏ, ਇਹਨਾਂ ਨੇ ਅਧੀਨਗੀ ਕਬੂਲ ਲਈ। ਭਾਈ ਸਾਹਿਬ ਕਹਿੰਦੇ ਨੇ, ਔਰ ਇਹ ਉਹਨਾਂ ਦੀ ਗੱਲ ਹੈ ਜਿਨ੍ਹਾਂ ਦਾ ਅਟਲ ਭਰੋਸਾ ਹੈ ਪਰਮਾਤਮਾ ਤੇ ਰੱਖਿਆ ਹੋਇਆ। ਕਹਿੰਦੇ ਸ੍ਰੀ ਗੁਰ ਚਰਨ ਰੇਨ, ਸ੍ਰੀ ਗੁਰ ਸਰਨ ਧੇਨ, ਜਿਹੜਾ ਸਭ ਦਾ ਸ਼੍ਰੋਮਣੀ ਮਾਲਕ ਵਾਹਿਗੁਰੂ ਹੈ, ਸਰਬੋਤਮ ਪਰਿਪੂਰਨ ਪਰਮਾਤਮਾ ਹੈ। ਭਾਈ ਸਾਹਿਬ ਕਹਿੰਦੇ ਉਹਦੇ ਚਰਨਾਂ ਦੀ ਧੂੜੀ ਹੋਣਾ ਔਰ ਖਾਕ ਹੋ ਜਾਣਾ, ਐਨ ਨਿਮਰਤਾ ਵਿੱਚ ਆ ਕੇ ਉਹਦੇ ਚਰਨਾਂ ਨਾਲ ਜੁੜਨਾ, ਆਸਰਾ ਲੈ ਲੈਣਾ, ਤੇ ਜਿਹੜਾ ਸਭ ਦਾ ਸ਼੍ਰੋਮਣੀ ਵਾਹਿਗੁਰੂ ਆ, ਸਰਨ ਧੇਨ, ਉਹਦੀ ਸਰਨ ਵਿੱਚ ਆ ਜਾਣਾ, ਚਰਨਾਂ ਦੀ ਸਰਨ ਮੈਨੇ ਆਸਰਾ, ਉਹਦਾ ਆਸਰਾ ਪ੍ਰਾਪਤ ਕਰ ਲੈਣਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਉਂ ਜਿੰਦ ਬਖਸ਼ੀ ਹੁੰਦੀ ਆ ਜਿਵੇਂ ਕਸਾਈ ਹੋਵੇ ਆਇਆ, ਤੇ ਔਰ ਗਊ ਭੱਜ ਕੇ ਕਿਸੇ ਦਇਆਵਾਨ ਦੀ ਸ਼ਰਨ ਵਿੱਚ ਆ ਜਾਵੇ, ਤੇ ਉਹ ਉਹਦੀ ਜਾਨ ਜਿਹੜੀ ਹੈ, ਜਾਨ ਨਹੀਂ ਦਿੰਦਾ, ਬਚਾ ਲੈਂਦਾ ਹੈ। ਉਹਨੂੰ ਦੇਖ ਕੇ ਔਰ ਉਹਦੇ ਕਤਲ ਕਰਨ ਵਾਲੇ ਦੌੜ ਜਾਂਦੇ ਨੇ। ਕਹਿੰਦੇ ਸੱਜਣਾ, ਜਿੱਦਣ ਤੂੰ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆ ਗਿਆ, ਉਹਦਾ ਆਸਰਾ ਲੈ ਲਿਆ, ਯਾਦ ਰੱਖੀ ਉਦਣ ਕਰਮ ਭਰਮ
ਕਾਟ, ਇਹ ਜਿਹੜੇ ਤੇਰੇ ਤੇ ਹਮਲਾ ਕਰਦੇ ਨਾ ਭਰਮ ਤੇ ਔਰ ਜਿਹੜੇ ਪਖੰਡ ਰੂਪ ਕਰਮ ਦਿਖਾਵਾ, ਉਹ ਕਰਮ ਕਿਹੜੇ ਨੇ? ਉਹਨਾਂ ਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਕਰਮ ਧਰਮ ਪਾਖੰਡ ਜੋ ਦੀਸੈ, ਜੋ ਦਿਖਾਵਾ ਲੋਕਾਂ ਨੂੰ ਦਿਖਾਉਣ ਲਈ ਕਰਦੇ ਆ ਨਾ, ਉਹ ਪਖੰਡ ਹੈ। ਗੁਸਤਾਖੀ ਮਾਫ, ਲੋਕਾਂ ਨੂੰ ਦਿਖਾਉਣ ਲਈ ਜੋੜੇ ਝਾੜਦਾ, ਇਹ ਸੇਵਾ ਵੀ ਹੈ। ਪਖੰਡ ਉਦੋਂ ਬਣ ਗਿਆ, ਭਾਵਨਾ ਤਾਂ ਕੋਈ ਨਹੀਂ, ਲੋਕ ਕਹਿਣਗੇ ਬੜਾ ਭਗਤ ਬਣਿਆ, ਭਾਂਡੇ ਮਾਂਜਦਾ ਤੇ ਝਾੜੂ ਲਾਉਂਦਾ, ਦਿਖਾਵਾ। ਤੇ ਭਰਮ ਇਹ ਪੈ ਗਿਆ ਅੰਦਰ ਹਉਮੈ ਵੀ ਮੇਰੇ ਵਰਗਾ ਸੇਵਾਦਾਰੀ ਕੋਈ ਨਹੀਂ, ਦੂਜੇ ਤਾਂ ਇਹਨਾਂ ਨੂੰ ਤਾਂ ਪਤਾ ਹੀ ਕੋਈ ਨਹੀਂ। ਔਰ ਮੈਨੂੰ ਅਸੀਂ 4 ਦਿਨ ਗੁਰਦੁਆਰੇ ਮੰਦਰ ਮਸਜਿਦ ਆ ਜਾਈਏ ਤੇ ਥੋੜ੍ਹੀ ਜਿਹੀ ਸੇਵਾ ਕਰ ਲਈਏ, ਫਿਰ ਸਾਡੇ ਅੰਦਰ ਨਾ ਹਉਮੈ ਆਉਣ ਲੱਗ ਜਾਂਦੀ। ਫਿਰ ਅਸੀਂ ਕਹਿੰਦੇ ਵੀ ਨਹੀਂ ਨਹੀਂ ਫਲਾਨਾ ਗਲਤ, ਇਹਨੂੰ ਮੈਂ ਸਮਝਾਉਣਾ, ਇਹਨੂੰ ਮੈਂ ਦੱਸਦਾ ਕਿਵੇਂ ਆ। ਇਹ ਤਾਂ ਜਮਾਂ ਬੇਵਕੂਫ ਨੇ, ਇਹਨਾਂ ਨੂੰ ਤਾਂ ਪਤਾ ਨਹੀਂ। ਮਹਾਰਾਜ ਕਹਿੰਦੇ ਉਦੋਂ ਹਉਮੈ ਉਹ ਪਖੰਡ ਬਣ ਗਿਆ, ਜਿਹੜਾ ਦਿਖਾਵਾ ਕੀਤਾ, ਲੋਕ ਦਿਖਾਵਾ ਕੀਤਾ। ਨਹੀਂ, ਸੇਵਾ ਕਰ, ਸਿਮਰਨ ਕਰ, ਦੁਨੀਆ ਦੀ ਵਾਹ ਵਾਹ ਲਈ ਨਹੀਂ, ਵਾਹਿਗੁਰੂ ਨੂੰ ਰਿਝਾਉਣ ਵਾਸਤੇ ਕਰ। ਤੇਰੇ ਤੇ ਮਾਲਕ ਰੀਝ ਜਾਵੇ, ਤਰੁੱਠ ਜਾਵੇ। ਉਹ ਜਿਹੜਾ ਹੈ ਕਰਮ ਧਰਮ ਪਾਖੰਡ ਜੋ ਦੀਸੈ, ਤਿਨ ਜਮ ਜਾ ਗਾਤੀ ਲੁੱਟੈ। ਕਹਿੰਦੇ ਜਦੋਂ ਤੁਰੇਗਾ ਨਾ, ਜਮਾ ਨੇ ਜਗਾਤ ਵਿੱਚ ਲੈ ਲੈਣਾ, ਤੇਰੇ ਤੋਂ ਵਸੂਲ ਲੈਣਾ, ਟੈਕਸ ਦੇ ਵਿੱਚ ਦਿਖਾਵਾ ਤੇਰਾ ਖਤਮ ਹੋ ਜਾਣਾ। ਅੱਗੇ ਕੇਵਲ ਹਾਵੇ ਤੇ ਹੌਕੇ ਮਾਰਦਾ ਜਾਵੇਂਗਾ, ਪੱਲੇ ਤੇਰੇ ਕੁਝ ਨਹੀਂ ਰਹਿਣਾ, ਪੱਲੇ ਰਹਿਣਾ ਹੀ ਸੱਚ, ਉਹ ਹੈ ਨਹੀਂ ਪਖੰਡ 'ਚ। ਕਹਿੰਦੇ ਜਦੋਂ ਗੁਰੂ ਦੇ ਚਰਨਾਂ ਦੀ ਸਰਨ ਆਸਰਾ ਲਿਆ, ਸੁਭਾਏ ਮਨ ਗੁਰੂ ਤੇਰੇ ਵੱਲ ਹੋ ਗਿਆ। ਕਹਿੰਦੇ ਫਿਰ ਉਹ ਕੀ ਕਰਦਾ? ਜਿਹੜੇ ਕਰਮ ਭਰਮ ਨੂੰ ਪੈਦਾ ਕਰਨ ਵਾਲੇ, ਭਰਮ ਵਿੱਚ ਭਲਚਾਵਾ ਪਾਉਣ ਵਾਲੇ, ਤੇ ਜਿਹੜਾ ਭਰਮ ਇਹ ਭਟਕਣਾ ਦਾ ਕਾਰਨ ਬਣਦਾ, ਭਰਮ ਔਰ ਸਾਨੂੰ ਭਰਮਾਉਂਦਾ। ਕਹਿੰਦੇ ਇਹਨੂੰ ਗੁਰੂ ਕੱਟ ਦਿੰਦਾ, ਨਸ਼ਟ ਕਰ ਦਿੰਦਾ ਅੰਦਰੋਂ। ਇਹ ਭਰਮ ਵਿੱਚ ਨਹੀਂ ਰਹਿੰਦਾ ਸਿੱਖ, ਉਹ ਭਰਮ ਵਾਲੇ ਨਾ ਹੀ ਕਰਮ ਕਰਦਾ, ਉਹ ਪ੍ਰਭੂ ਵਾਲੇ ਕਰਮ ਕਰਦਾ, ਪ੍ਰਭੂ ਨੂੰ ਪਾਉਣ ਲਈ। ਕਹਿੰਦੇ ਪ੍ਰਭੂ ਉਹ ਭਰਮ ਨੂੰ, ਦਿਖਾਵੇ ਦੇ ਕਰਮ ਨੂੰ, ਮਾੜੇ ਕਰਮ ਨੂੰ ਕੱਟ ਕੇ ਕੀ ਕਰਦਾ ਹੈ? ਕਹਿੰਦੇ ਆਪੈ ਪਦ ਪਾਏ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਕਰਮ ਦਿਖਾਵੇ ਦਾ ਤੇ ਭਰਮ ਵਿੱਚ ਜਦੋਂ ਜੀਵਨ ਲੈ ਕੇ ਤੁਰਦਾ ਹੈ ਨਾ, ਉਦੋਂ ਬੜਾ ਭੈ ਭੀ ਤੇ ਮੈਨੂੰ ਇਧਰੋਂ ਨਾ ਕੁਝ ਹੋ ਜਾਵੇ, ਆ ਨਾ ਹੋ ਜਾਵੇ, ਉਹ ਨਾ ਹੋ ਜਾਵੇ। ਮਹਾਰਾਜ ਕਹਿੰਦੇ ਜਦੋਂ ਸੱਚ ਪੱਲੇ ਹੋਇਆ ਨਾ ਸੱਜਣੋ, ਉਦੋਂ ਭੈ, ਉਦੋਂ ਭੈ ਨਹੀਂ ਰਹੇਗਾ, ਡਰ ਤੋਂ ਰਹਿਤ ਹੋ ਜਾਵੇਗਾ। ਕੋਈ ਬੰਦਾ ਨਸ਼ਾ ਵੇਚਦਾ, ਨਸ਼ਾ, ਗੁਸਤਾਖੀ ਮਾਫ, ਮੈਂ ਸਮਝਣ ਵਾਸਤੇ ਐਗਜ਼ਾਮਪਲ ਦੇਣਾ, ਤੇ ਐਸੇ ਬਹੁਤ ਨੇ ਸੰਸਾਰ ਵਿੱਚ ਐਸੇ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਵੀ। ਤੇ ਉਹਦੇ ਘਰ ਅੰਦਰ ਕਿਤੇ ਛੁਪਾ ਕੇ ਉਹਨੇ ਉਹ ਨਸ਼ਾ ਆਦ ਰੱਖਿਆ, ਚਾਹੇ ਉਹਨੂੰ ਚਿੱਟਾ ਕਹਿ ਲਓ, ਕਾਲਾ ਕਹਿ ਲਓ, ਨੀਲਾ ਕਹਿ ਲਓ, ਪੀਲਾ ਕਹਿ ਲਓ, ਕੁਝ ਕਹਿ ਲਓ, ਕਿੰਨੇ ਪ੍ਰਕਾਰ ਦੇ ਨਸ਼ੇ, ਪਰ ਉਹ ਦੁਨੀਆ ਨੂੰ ਨਹੀਂ ਦੱਸਦਾ। ਕੁਝ ਖਾਣ ਵਾਲਿਆਂ ਦਾ ਵੀ ਐਸਾ ਹੀ ਹੈ ਕੰਮ, ਉਹ ਕਹਿਣਗੇ ਨਾ ਨਾ ਨਾ, ਦੂਜਿਆਂ ਨੂੰ ਕਹਿਣਗੇ ਬੜਾ ਨਸ਼ਾ ਮਾੜਾ ਆ, ਉਹ ਆ, ਤੇ ਆਪ ਮਲਕੜੇ ਜੇ ਉਹਨੂੰ ਛੁਪਾ ਕੇ ਖਾ ਲੈਣਾ ਬਈ ਤੇਰੇ ਵਾਸਤੇ। ਕਿ ਉਹ ਦੁਨੀਆ ਨੂੰ ਜਿਹੜਾ ਐਉਂ ਕਹਿੰਦਾ ਹੈ ਨਾ, ਉਹ ਦਿਖਾਵਾ ਕਰਦਾ ਹੈ। ਜਿਹਨੂੰ ਭਰਮ ਹੈ ਨਾ ਵੀ ਇਹ ਮੈਂ ਬੜਾ ਚੰਗਾ ਕਰ ਰਿਹਾ, ਉਹਨੂੰ ਇਹ ਭਰਮ ਹੈ। ਬਈ ਜਦੋਂ ਇਹ ਮਾੜੀ ਚੀਜ਼ ਹੈ, ਕਿਸੇ ਮਹਾਤਮਾ ਗੁਰਸਿੱਖ ਦੇ ਕੋਲ ਨਾ ਕੋਈ ਬੀਬੀ ਇੱਕ ਬੱਚਾ ਲੈ ਕੇ ਆ ਗਈ, ਕਹਿੰਦੀ ਬਾਬਾ ਇਹਦੇ ਦੰਦ ਸਾਰੇ ਗਲ ਗਏ ਨੇ, ਤੇ ਕੋਈ ਦਵਾਈ ਦੱਸੋ, ਬਹੁਤ ਜ਼ਿਆਦਾ ਗੁੜ ਖਾਂਦਾ। ਕਹਿੰਦਾ ਚੰਗਾ ਬੀਬੀ 8ਵੇਂ ਕੁ ਦਿਨ ਨੂੰ ਲੈ ਕੇ ਆਈ। ਜਦੋਂ 8ਵੇਂ ਕੁ ਦਿਨ ਨੂੰ ਲੈ ਕੇ ਆਈ, ਉਹ ਕਹਿੰਦਾ ਬੇਟਾ ਦੰਦ ਗਲ ਗਏ ਨੇ, ਕੀੜੇ ਪੈ ਜਾਣਗੇ, ਦੰਦ ਮੁੜ ਕੇ ਆਉਣੇ ਨਹੀਂ, ਬਹੁਤ ਦੁੱਖ ਹੋਵੇਗਾ। ਉਹਨੇ ਬੜੀਆਂ ਗੱਲਾਂ ਸੁਣਾਈਆਂ, ਕਹਿੰਦਾ ਅੱਜ ਤੋਂ ਬਾਅਦ ਗੁੜ ਨਾ ਖਾਈ।
तो बीबी कहन लगी जे बाबा इहो ही 2 गल्लां कहणियां सी ते उदण ही कह देंदा, और तू मेरा दोबारा गेड़ा कानू मरवाया, इन्ना मैनू पंध च कानू पाया, ये उदण भी कहियां जा सकदियां सी। कहंदा नहीं बीबी, उदों पहला गुड़ मवी खांदा सा, पहला मैं गुड़ छड्डिया फिर बच्चे नूं कहा। साडा मतलब यह मैं छड्डां जां ना छड्डां, मैं दूजे नूं, ते हालत साडी ये आ। महाराज कबीर साहब कहंदे, कबीर अवरे को उपदेसते, मुख मैं पर है रेत, रास बिरानी राखते, खाया घर का खेत। आपदी खेती उजड़ी जा रही। सजना सब तो पहला आप सावधान हो, उन्हां दा इस्तेमाल करना छड्ड, गुरसिख बन, दिखावा ना कर। असी बहुत गल्लां च दिखावा करदे, वो दिखावा जिहड़ा है वो पखंड आ, समझ लेना इस चीज़ नूं। और असी जीवन सच्ची मुची अंदरों बाहरों गुरु के सिख बनने का यतन करिए। ठीक है, सिक्खी दा जिहड़ा अपना लेना, सिख हो जाना बड़ा लंबा है। पहला पैंडे ते तुरीए तां सही, कुछ ना कुछ कदम वधाउण दा यतन तां करिए और उन्होंने त्यागीए। कह लगे गुरु किरपा कर देंदा ही, उन्होंने आपै दान देंदा है, ते जिहदे घर विच ऐसा कुछ आ। और प्यारिओ बाहर तां कही जावे नाल तुरिया फिरे लभदा होया, पर आप अंदरों डरिया होया है। और क्यों जे मेरे घर की तलाशी होगी ते अंदरों सब कुछ निकल आना है। वो डरदा वो है जिहदे घर विच कुछ ऐसा है, जिहदे कोल कोई घाट है, जिहदे अंदर पाप है। महाराज कहंदे धर्मी अभै च रहिंदा, वो निरभै होके रहिंदा। महाराज सच्चे पातशाह दे बाणी दे बचन ने, सो डरै जे पाप कमांदा, धर्मी वक्सेत। धर्मी जिहड़ा प्रसन्न चित रहिंदा, वो कहंदा कोई बात नहीं, अपना जदों माड़ा करना ही नहीं। वो अपै पद पाए हैं, गुरसिखा ने शरण विच आके आसरा लैके पखंड नूं वहम भरम नूं कट के भै तो रहत हो गए, निरभै हो गए। ये गुण धारण किते ते भाई गुरदास साहब कहंदे दुनिया दे लोगो आ गुण धारण कर लो ते तुहानूं डर किसी दा नहीं रह जाएगा। जिहड़ा गुरसिख आ वो ना एवें फालतू किसी नूं डराउंदा है, दबदबा बनाउंदा है, ते ना वो किसी दा मनदा। गुरु तेग बहादुर साहब महाराज बचन करदे ने, भै काहू को देत नह, नह भै मानत आन। ना वो किसी नूं एवें भै देंदा डराउंदा है, ते ना ही वो किसी दा एवें डर मनदा है। गुरसिख प्यारा उन्होंने अपै पद पाए हैं, डर तो रहत मुरातबे पालै। वो अवस्था पालई, वो स्वरूप पालिया, उहदा आसरा पालिया, जिथे हुण डर ही कोई नहीं रह गया। हिरदे दे विच परमात्मा नूं पालिया। भाई साहब कहंदे श्री गुर बचन ना लेख, श्री गुर सेवक का भेख। जिहड़ा सारियां दा श्रोमणी अकाल पुरख वैगुरु आ, उहदे बचनां नूं लेख और लिखना। हुण बाहरी तौर ते असीं बहुत लिखदे, लिखारी भी बहुत ने, मुबारकबाद है जे किते ऐसे लिखारी चंगे ना होवन, ये चंगे गुण साडे तो दूर हो जाते सीने बसीने। ये लिखारियां ने बड़ा परोपकार किया, चंगियां कवितावां, चंगे गुण, शुभ सिक्ख्यावां दुनिया दे विच सदा लियो रहणगियां, लिख के धर गए। ऐसा लिख वो गुरु दे बचन जेड़े लेख लिख की लिख। महाराज सच्चे पातशाह कहंदे सजना केवल बाहर ही ना लिखी जा, अपने अंदर भी कुछ लिख ला। दिल दी मन दी पट्टी दे उपर 2 अखर लिख ला, वो तेरे नाल निभ जाणगे। ते लिखना की है, बाहर भी लिखन लग्या, अंदर भी लिखन लग्या। तू कोई लेख लिखन लगा है कोई, और ऐसा
ਅੰਦਰ ਦਾ ਭਾਵ ਕਾਵਿ ਰੂਪ ਲਿਖਣ ਲੱਗਾ ਹੈ ਤੇ ਸੱਜਣਾ ਇਹ ਨਾ ਹੋਵੇ ਉਹ ਦੁਨੀਆ ਦੇ ਵਿੱਚ ਜਿਹੜਾ ਹੈ ਔਰ ਸ਼ਲੀਲਤਾ ਔਰ ਦੁਨੀਆ ਦੇ ਵਿੱਚ ਭੈੜੇਪਨ ਦਾ ਸੰਦੇਸ਼ ਨਾ ਦੇਵੇ। ਜੋ ਲਿਖਣ ਲੱਗਾ ਹੈ ਬਾਹਰੀ ਤੌਰ ਤੇ ਉਹ ਇਹ ਸੰਦੇਸ਼ ਦੇਵੇ ਭਲਾ। ਉਹਦੀਆਂ ਪੜ੍ਹਦਿਆਂ ਜੋ ਅਸੀਂ ਪੜ੍ਹਦੇ ਨਾ ਜੈਸੀ ਬੁੱਕ, ਉਹ ਸਾਡੇ ਅੰਦਰ ਨਾਲ ਦੀ ਨਾਲ ਹੀ ਭਾਵ ਬਣਦੇ, ਖਿਆਲਾਤ ਬਣਦੇ ਉਹਨੂੰ ਪੜ੍ਹਨ ਨੂੰ। ਔਰ ਕਹਿੰਦੇ ਬਈ ਉਹ ਪੜ੍ਹਨ ਵਾਲੇ ਦੇ ਅੰਦਰ ਖਿਆਲਾਤ ਬਣ ਜਾਣ। ਲਿਖ, ਤੇ ਜੇ ਤੈਨੂੰ ਨਹੀਂ ਪਤਾ ਮੈਂ ਲਿਖਣਾ ਕੀ ਹੈ ਫਿਰ ਆਪਣੇ ਗੁਰੂ ਨੂੰ ਪੁੱਛ ਲਾ। ਤੇ ਮਹਾਰਾਜ ਕਹਿੰਦੇ ਗੁਰ ਪੁੱਛ ਲਿਖ ਵਿਚਾਰ, ਨਾਮ ਲਿਖ ਸਾਲਾਹ ਲਿਖ ਔਰ ਲਿਖ ਅੰਤ ਨਾ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਦਿਸੈ ਖਰਾ ਨਿਸ਼ਾਨ। ਉਹ ਰੱਬ ਨੂੰ ਮੰਗ ਜਪ, ਉਹਦੇ ਸੋਲੇ ਲਿਖ, ਉਹਦਾ ਨਾਮ ਲਿਖ, ਉਹਦੀ ਸਿਫਤੋ ਸਾਲਾਹ ਲਿਖ, ਉਹਦੇ ਬਚਨਾਂ ਨੂੰ ਆਪਣੇ ਹਿਰਦੇ ਦੇ ਅੰਦਰ ਲਿਖ। ਜਿੱਥੇ ਲਖਾਰੀਆ ਬਾਹਰ ਲਿਖਦਾ ਹੈ ਨਾ, ਉੱਥੇ ਆਪਣੇ ਅੰਦਰ ਵੀ ਲਿਖ। ਅੰਦਰ ਤੇਰੇ ਉਹ ਲੇਖ ਲਿਖੇ ਜਾਣ ਤੇ ਮਾੜੇ ਮਿਟ ਜਾਣਗੇ। ਫਿਰ ਕਹਿੰਦੇ ਸ੍ਰੀ ਗੁਰ ਸੇਵਕ ਭੇਖ, ਜਿਹੜੇ ਸ਼੍ਰੋਮਣੀ ਅਕਾਲ ਪੁਰਖ ਵਾਹਿਗੁਰੂ ਆ ਨਾ, ਉਹਦੇ ਜਿਹੜੇ ਸੇਵਕ ਨੇ ਔਰ ਸਤਿਗੁਰੂ ਦੇ, ਉਹਨਾਂ ਨੇ ਉਹ ਗੁਰੂ ਦੇ ਬਚਨਾਂ ਵਾਲਾ ਲੇਖ ਵਾਲਾ ਜੀਵਨ ਵਿੱਚ ਭੇਖ ਧਾਰਨ ਕਰ ਲਿਆ। ਬਾਹਰ ਦੀ ਵੀ ਨਕਲੋ ਹਰਕਤ ਗੁਰਮਤ ਵਾਲੀ ਹੋ ਗਈ, ਅੰਦਰ ਦਾ ਲਿਬਾਸ ਵੀ ਉਹ ਹੋ ਗਿਆ, ਅੰਦਰ ਦੇ ਵਿਚਾਰ ਵੀ ਉਹ ਹੋ ਗਏ, ਅੰਦਰ ਦੇ ਖਿਆਲਾਤ ਵੀ ਉਹ ਹੋ ਗਏ ਔਰ ਬਾਹਰ ਦੀ ਰੂਪ ਰੇਖਾ ਵੀ ਜਿਹੜੀ ਸੀ ਔਰ ਵੇਸ਼ ਭੂਸ਼ਾ ਵੀ ਉਹੀ ਹੋ ਗਈ। ਮਹਾਰਾਜ ਸਾਹਿਬ ਕਹਿੰਦੇ ਉਹ ਸੇਵਕ ਤੁਰਿਆ ਜਾਂਦਾ ਹੈ ਤੇ ਦਿਸਦਾ ਹੈ, ਉਹਦਾ ਲਿਬਾਸ ਗੁਰਮੁਖਾਂ ਵਾਲਾ ਹੈ। ਕੇਵਲ ਲਿਬਾਸ ਹੋਇਆ, ਅੰਦਰ ਕੁਝ ਨਾ ਹੋਇਆ, ਉਹ ਬਾਹਰੋਂ ਪਖੰਡ ਹੋਵੇਗਾ। ਕਹਿੰਦੇ ਉਹਦੇ ਕੋਲ ਗਿਆ ਤੇ ਅੰਦਰ ਵੀ ਉਹਦੇ ਉਹੀ ਕੁਝ ਸੀ ਜੋ ਬਾਹਰ ਦਿਸਦਾ ਪਿਆ। ਇਹ ਨਹੀਂ ਕਿ ਡੱਬੇ ਦੇ ਉੱਪਰ ਲੈਬਲ ਤਾਂ ਕੁਝ ਹੋਰ ਹੈ, ਪਰ ਜਦੋਂ ਖੋਲ ਕੇ ਦੇਖਿਆ ਉਹਦੇ ਵਿੱਚ ਘਾਤਕ ਚੀਜ਼ਾਂ ਪਈਆਂ ਨੇ। ਕਹਿੰਦੇ ਨਹੀਂ, ਇਹ ਬਾਹਰ ਦਾ ਲਿਬਾਸ ਉੱਪਰ ਲੈਬਲ ਲਾਉਣਾ ਹੈ। ਸਜਣਾ ਜਿਹੜਾ ਲੈਬਲ ਲਾਇਆ ਹੋਇਆ ਹੀ ਨਾ, ਉਦੋਂ ਵੀ ਅੰਦਰ ਵਧੀਆ ਸਮਾਨ ਹੋਵੇ ਇਸ ਤਨ ਦੇ ਅੰਦਰ, ਫਿਰ ਗੱਲ ਬਣਨੀ। ਕਹਿੰਦੇ ਉਹ ਰੱਬ ਦੇ ਪਿਆਰਿਆਂ ਨੇ ਭੇਖ ਪਰਮਾਤਮਾ ਵਾਲਾ ਚੁਣਿਆ ਔਰ ਪਰਮਾਤਮਾ ਨਾਲ ਨਹੀਂ। ਭੇਖ ਭਾਵੇਂ ਬਾਹਰ ਦੇ ਵੀ ਬਹੁਤ ਨੇ, ਅੰਦਰ ਦਾ ਲਿਬਾਸ ਬਣਾਉਣਾ, ਗੁਰੂ ਦੇ ਬਚਨਾਂ ਨੂੰ ਜੀਵਨ ਵਿੱਚ ਲਾਗੂ ਕਰ ਲੈਣਾ, ਕਮਾਉਣਾ। ਤੇ ਫਿਰ ਕੀ ਹੁੰਦਾ, ਆ ਛਲ ਕੱਟਣ ਤੋਂ ਰਹਿਤ ਕੋਈ ਕੱਟ ਨਹੀਂ ਸਕਦਾ। ਔਰ ਗੁਰੂ ਨਾਲ ਜੁੜੀ ਸੁਰਤ ਨੂੰ, ਗੁਰਮੁਖੋ ਜਿਨ੍ਹਾਂ ਦੀ ਸੁਰਤ ਜੁੜੀ ਉਹਨੂੰ ਕੱਟ ਕੋਈ ਨਹੀਂ ਸਕਿਆ। ਉਹਨਾਂ ਨੂੰ ਜੁੜੀ ਹੋਈ ਸੁਰਤ ਵਾਲਿਆਂ ਨੂੰ ਇਹ ਪਤਾ ਹੈ ਕਿ ਤਨ ਕੱਟ ਸਕਦਾ ਹੈ ਦੁਸ਼ਮਣ, ਪਰ ਨਾ ਮੈਨੂੰ ਤੇ ਨਾ ਮੇਰੀ ਸੁਰਤ ਨੂੰ, ਸ਼ਬਦ ਨੂੰ ਕੱਟ ਸਕਦਾ। ਕਿਉਂਕਿ ਆਤਮਾ ਜਿਹੜਾ ਹੈ ਨਾ, ਆਪਣਾ ਤਨ ਕੱਟੀਦਾ ਹੈ ਸਾਧਨ ਹੈ, ਤੇ ਜੋ ਕੁਝ ਆਪਣੇ ਅੰਦਰ ਬੋਲਦਾ ਹੈ ਨਾ, ਔਰ ਉਹ ਮਰਦਾ ਵੀ ਨਹੀਂ। ਉਹ ਜਿੰਨਾ ਚਿਰ ਇਸ ਸਾਧਨ ਤੇ ਉਹਨੇ ਸਫ਼ਰ ਕਰਨਾ ਹੈ, ਇਹਦਾ ਸਾਥ ਛੱਡ ਕੇ ਅੱਗੇ ਚਲਾ ਜਾਂਦਾ ਹੈ, ਅੱਗੇ ਨੂੰ ਟੁਰ ਜਾਂਦਾ ਹੈ। ਔਰ ਦੇਖੋ ਇਸ ਤਨ ਦੇ ਸਾਧਨ ਦੇ ਉੱਪਰ ਔਰ ਭਾਈ ਮਤੀ ਦਾਸ ਜੀ ਜਿਹੜੇ ਅਸਵਾਰ ਨੇ, ਤੇ ਉਹਨਾਂ ਦੇ ਸੀਸ ਦੇ ਉੱਪਰ ਆਰਾ ਧਰ ਦਿੱਤਾ ਹੈ ਕਿ ਤੇਰੇ 2 ਟੁਕੜੇ ਕਰ ਦੇਵਾਂਗੇ। ਉਹ ਕਹਿੰਦਾ ਜਿੰਨਾ ਮਰਜ਼ੀ ਆਰਾ ਚਲਾ, ਪਰ ਮੈਂ ਗੁਰੂ ਵਾਲਾ ਪਾਸਾ ਨਹੀਂ ਛੱਡਣਾ। ਜੋ ਤੂੰ ਚਾਹਣਾ ਹੈ ਨਾ, ਉਹ ਨਹੀਂ ਛੱਡਣਾ। ਮੇਰੇ ਗੁਰੂ ਨਾਲੋਂ ਮੇਰੀ ਸੁਰਤ ਨੂੰ ਤੇ ਗੁਰੂ ਵਾਲੇ ਪਾਸੇ ਤੋਂ ਮੇਰੀ ਆਤਮਾ ਨੂੰ ਔਰ ਤੂੰ ਕੱਟ ਨਹੀਂ ਸਕਦਾ, ਜੁਦਾ ਨਹੀਂ ਕਰ ਸਕਦਾ, ਫਰਕ ਨਹੀਂ ਪਾ ਸਕਦਾ। ਭਾਈ ਮਨੀ ਸਿੰਘ ਸਾਹਿਬ ਔਰ ਉਹਨਾਂ ਦਾ ਬੰਦ ਬਾਹਰੋਂ ਕੱਟਤਾ ਜੋੜ।
ਔਰ ਜਿੰਨੇ ਜੋੜ ਬੰਦੇ ਹੱਥਾਂ ਤੋਂ ਲਾ ਲਓ ਉੱਪਰ ਨੂੰ ਜੋੜ ਤੁਰੇ ਆਉਂਦੇ, ਔਰ ਉਹਨਾਂ ਨੂੰ ਕੱਟ ਕੇ ਸ਼ਹੀਦ ਕੀਤਾ ਗਿਆ। ਉਹਨਾਂ ਨੂੰ ਇਹ ਪਤਾ ਹੈ ਅੰਦਰ ਦੀ ਸੁਰਤ ਨੂੰ ਬਾਹਰ ਦਾ ਕੁਹਾੜਾ, ਬਾਹਰ ਦੀ ਕੋਈ ਤਿੱਖੀ ਚੀਜ਼ ਇਹ ਤਨ ਨੂੰ ਕੱਟ ਸਕਦਾ ਹੈ, ਪਰ ਮੇਰੀ ਸੁਰਤ ਨੂੰ ਸ਼ਬਦ ਨਾਲੋਂ ਨਹੀਂ ਕੱਟ ਸਕਦਾ। ਮੇਰਾ ਸੰਬੰਧ ਗੁਰੂ ਨਾਲ ਜੁੜ ਗਿਆ, ਆਤਮਾ ਗੁਰੂ ਵਿੱਚ ਪ੍ਰਵੇਸ਼ ਕਰ ਗਿਆ ਹੈ, ਇਹ ਕੱਟ ਕੇ ਮੈਨੂੰ ਦੋ ਟੁਕੜੇ ਨਹੀਂ ਕਰ ਸਕਦਾ। ਅਛੇਦ ਟੁਕੜਿਆਂ ਤੋਂ ਰਹਿਤ, ਅਛਲ, ਔਰ ਜਿਹੜਾ ਛਲਾਵੇ ਵਿੱਚ ਨਾ ਆਉਣਾ, ਭੁਲਝਾਵੇ ਵਿੱਚ ਨਾ ਆਉਣਾ, ਕਿਸੇ ਨੇ ਛਲ ਲੈਣਾ, ਉਹਦੇ ਨਾਲ ਕਪਟ ਕਰ ਲੈਣਾ, ਕਹਿੰਦੇ ਉਹਦੇ ਵਿੱਚ ਨਹੀਂ ਆਉਂਦਾ। ਆਲੇਖ ਜਪਣ ਵਾਲਾ ਜੁੜਿਆ ਹੋਇਆ ਗੁਰਸਿੱਖ ਸੰਸਾਰ ਦੇ ਜੀਵਾਂ ਦਾ ਲੇਖਾ ਹੈ, ਇਹ ਲੇਖੇ ਵਿੱਚ ਨੇ। ਉਹ ਆਲੇਖ, ਆਲੇਖ ਹੈ ਪ੍ਰਭੂ ਜੀ ਦਾ ਲੇਖਾ ਕੋਈ ਨਹੀਂ। ਤੇ ਜਦੋਂ ਰੱਬ ਨਾਲ ਜੁੜ ਜਾਂਦਾ ਹੈ ਨਾ, ਉਦੋਂ ਫਿਰ ਉਹਦਾ ਲੇਖਾ ਖਤਮ ਹੋ ਜਾਂਦਾ। ਧਰਮ ਰਾਈ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਔਰ ਲੇਖਾ ਕੋਈ ਨਾ ਪੁੱਛਈ, ਜਾ ਹਰ ਬਖਸ਼ੰਦਾ। ਆਲੇਖ ਹੈ ਉਹ ਪ੍ਰਭੂ ਲੇਖੇ ਤੋਂ ਰਹਿਤ ਹੈ, ਤੇ ਉਹਦਾ ਪਿਆਰਾ ਉਹਦੇ ਨਾਲ ਜਦੋਂ ਮਿਲ ਜਾਂਦਾ ਹੈ ਨਾ, ਫਿਰ ਉਹਦਾ ਲੇਖਾ ਕੋਈ ਰਹਿ ਹੀ ਨਹੀਂ ਜਾਂਦਾ, ਸਾਰੇ ਮਿਟ ਜਾਂਦੇ ਹੋ, ਲੇਖੇ ਤੋਂ ਰਹਿਤ ਹੋ ਜਾਂਦਾ ਹੈ। ਕਹਿੰਦੇ ਇਹ ਐਸਾ ਜਿਹੜਾ ਪ੍ਰਭੂ ਹੈ, ਪ੍ਰਭ ਅਲਖ ਲਖਾਏ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਐਸਾ ਲਖਣੇ ਤੋਂ ਪਰੇ ਅਲਖ ਸਰੂਪ ਪਰਮਾਤਮਾ, ਉਹਨੂੰ ਲਖਾਏ ਹੈ। ਉਹਦਾ ਦਰਸ਼ਨ ਕੀਤਾ, ਉਹਦਾ ਦੀਦਾਰ ਕੀਤਾ, ਉਹਦੇ ਨਾਲ ਅੰਦਰੋਂ ਗੱਲਾਂ ਬਾਤਾਂ ਕੀਤੀਆਂ, ਉਹਦਾ ਆਨੰਦ ਮਾਣਿਆ, ਉਹਦੇ ਦੀਦਾਰ ਕੀਤੇ ਨੇ। ਭਾਈ ਸਾਹਿਬ ਕਹਿੰਦੇ ਗੁਰ ਸਿੱਖ ਸਾਧ ਸੰਗ ਗੋਸਟ ਪ੍ਰੇਮ ਪ੍ਰਸੰਗ। ਗੁਰੂ ਦੇ ਸਿੱਖ ਕਰਨੀ ਵਾਲੇ ਉਹ ਕਮਾਈ ਕਰਦਿਆਂ ਹੋਇਆਂ ਸਾਧ ਸੰਗ, ਪਹਿਲਾਂ ਉਹ ਸਤਿਗੁਰੂ ਦੇ ਨਾਲ ਸੰਗ ਕਰਕੇ ਆਪ ਜੁੜਦੇ, ਗੁਰੂ ਨਾਲ ਆਪ ਜੁੜਨਾ। ਨਹੀਂ ਤਾਂ ਮੇਰੀ ਤਰ੍ਹਾਂ ਆਪ ਤਾਂ ਜੁੜਿਆ ਨਹੀਂ, ਅੰਦਰ ਪਤਾ ਨਹੀਂ ਕੀ ਉਥਲ ਪੁਥਲ ਮੱਚੀ ਏ, ਤੇ ਦੂਜਿਆਂ ਨੂੰ ਕਹਿਣਾ ਤੁਸੀਂ ਆ ਕਰ ਲਓ, ਅੰਦਰੋਂ ਟੁੱਟਿਆ ਹੋਇਆ। ਕਹਿੰਦੇ ਉਹ ਪਹਿਲਾਂ ਆਪ ਸਾਧ ਸਤਿਗੁਰੂ ਦੇ ਸੰਗ ਨਾਲ, ਤੇ ਜਦੋਂ ਗੁਰੂ ਦੇ ਨਾਲ ਜੁੜ ਜਾਂਦਾ ਹੈ ਨਾ ਗੁਰਸਿੱਖ, ਫਿਰ ਗੁਰੂ ਉਹਦੇ ਨਾਲ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਗੁਰੂ ਉਹਦੇ ਨਾਲ ਸਦਾ ਅੰਗ ਸੰਗੇ ਅਭੰਗੰ ਬੇਬੂਤੇ। ਗੁਰੂ ਉਹਦੇ ਨਾਲ ਹੈ, ਔਰ ਕਹਿੰਦੇ ਉਹ ਗੁਰੂ ਨਾਲ ਹੈ ਤੇ ਗੋਸ਼ਟ ਵਿਚਾਰਾਂ ਕਰਦਾ। ਫਿਰ ਉਹ ਗੁਰਸਿੱਖ ਸਾਧ ਸੰਗ, ਉਹ ਗੁਰਸਿੱਖ ਸਾਧ ਸੰਗਤ ਵਿੱਚ ਬੈਠਦਾ, ਤੇ ਸਾਧ ਸੰਗਤ ਆਲੇ ਉਦਾਲੇ ਉਹਦੇ ਨਾਲ ਏ, ਤੇ ਮਿਲ ਕੇ ਨਾ ਸਾਧ ਸੰਗਤ ਨਾਲ ਗੁਰਸਿੱਖ ਐਸਾ ਜਿਹੜਾ ਰੱਬ ਨਾਲ ਜੁੜਿਆ ਹੋਇਆ ਹੈ। ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਫਿਰ ਪ੍ਰੇਮ ਪ੍ਰਸੰਗ, ਪਰਮਾਤਮਾ ਨਾਲ ਪ੍ਰੇਮ ਦੇ ਜਿਹੜੇ ਪ੍ਰਸੰਗ ਹੈ ਨਾ ਉਹਦੇ, ਪਰਮਾਤਮਾ ਦੇ, ਉਹਦੀਆਂ ਕਥਾਵਾਂ, ਉਹਦੀਆਂ ਗੱਲਾਂ ਆਨੰਦਦਾਇਕ, ਜੋ ਜੋ ਪਰਮਾਤਮਾ ਕਹਿੰਦਾ ਹੈ, ਕਿੰਨੀ ਕੁ ਬਖਸ਼ਿਸ਼ ਕਰਨ ਹਾਰਾ ਹੈ, ਫਿਰ ਉਹ ਸਾਧ ਸੰਗਤ ਨਾਲ ਬੈਠ ਕੇ ਵਿਚਾਰਦੇ, ਉਹ ਆਦਾਨ ਪ੍ਰਦਾਨ ਕਰਦੇ ਉਹਨਾਂ ਦੇ ਨਾਲ, ਔਰ ਸਾਂਝੀਆਂ ਕਰਦੇ ਮਿਲ ਕੇ। ਤੇ ਕਹਿੰਦੇ ਨਿਮਰਤਾ ਨਿਰੰਤਰੀ ਕੇ ਸਹਿਜ ਸਮਾਏ ਹੈ। ਤੇ ਉਹ ਇਹ ਨਹੀਂ ਮੇਰੀ ਤਰ੍ਹਾਂ ਕਹਿੰਦਾ ਵੀ ਮੈਂ ਤੁਹਾਨੂੰ ਕਥਾ ਸੁਣਾਉਣਾ, ਮੈਂ ਨਾ ਹੋਵਾਂ ਤੁਹਾਨੂੰ ਕੌਣ ਸੱਚ ਸੁਣਾਏਗਾ। ਤੇ ਜਦੋਂ ਮੈਂ ਨਹੀਂ ਸੀ, ਮੇਰਾ ਪਿਓ ਨਹੀਂ ਸੀ, ਉਦੋਂ ਕੌਣ ਸੁਣਾਉਂਦਾ ਸੀ ਸੱਚ ਬਈ? ਉਦੋਂ ਪਹਿਲਾਂ ਧਰਮ ਨਹੀਂ ਸੀ, ਉਦੋਂ ਪਹਿਲਾਂ ਔਰ ਗੁਰੂ ਕਾ ਸਤਿਕਾਰ ਨਹੀਂ ਸੀ, ਉਦੋਂ ਪਹਿਲਾਂ ਸਿੱਖੀ ਦਾ ਨਾਮੋ ਨਿਸ਼ਾਨ ਨਹੀਂ ਸੀ। ਨਹੀਂ ਸੱਜਣਾ, ਜਿੰਨੀ ਕੁ ਤੈਨੂੰ ਸੇਵਾ ਬਖਸ਼ੀ ਨਾ, ਤੂੰ ਉਹ ਵਿਤੋਂ ਵੱਧ ਹੋ ਕੇ ਕਰ। ਇਹ ਕਹਿ ਗੁਰੂ ਨੇ ਸਮਾਂ ਬਖਸ਼ਿਆ ਜੇ, ਕੋਈ ਸੁਣੋ, ਕੋਈ ਸੁਣਾਵੋ, ਕੋਈ ਕਹੋ, ਕੋਈ ਕਮਾਵੋ, ਕੋਈ ਬਾਹਰੋਂ ਚੱਲੋ, ਕੋਈ ਅੰਦਰੋਂ ਚੱਲੋ। ਜੇ ਕਹਿ ਦਿੱਤਾ ਕਿ ਖੀਰਲਾ ਸੱਚ ਮੇਰਾ, ਬਾਕੀ ਤਾਂ ਮੂਰਖਤਾ। ਨਹੀਂ ਸੱਜਣਾ, ਰੱਬ ਨੇ ਸਾਰੇ ਮੂਰਖ ਹੀ ਪੈਦਾ ਕੀਤੇ ਹੋਏ ਨੇ। ਉਹਨੂੰ ਜਪਣ ਵਾਲੇ ਵੀ,
जे एक शरीर इस गल का दावा करे तो उन्होंने ये पूछ लो उदू पहला भगत संत गुरसिख किन्ने होए, इहदा मतलब उदू सच नहीं सी, उन्होंने बंदगी करनी नहीं सी आउंदी, तो फिर भगत जी किवें मिल गए? किन्ने भगतां दी महापुरुषां दी बाणी आ, किन्ने सिखां दी बाणी आ, और वो किवें मिल गए बई? उदों तो फिर झूठ का पसारा सी। नहीं, ये हौमे होवेगी, ये ना कहिए, ये कहिए जिन्नी गुरु मैनू दात सूझ बख्शदे आ, मैं उन्ना के आप अपनी बुद्ध है जेती, बरनत भिन्न भिन्न तोह तेती। गुरमुखो ज्ञान सबना कोले, ये वखरी बात है, किसी को ज़्यादा तो किसी को थोड़ा। जिहदे कोल थोड़ा है वह भी वरताउंदा है, तो जिहदे कोल बहुता वह भी वरताउंदा है। ये नहीं कि जिहदे कोल थोड़ा है तो उन्होंने कहिए तू बेवकूफ है, तो इनू पता कोई नहीं। एक हुण टीचर पहली क्लास का है, पहली क्लास का, तो वह बच्चों को बैठना सिखाएगा, वो ऊड़ा एड़ा पढ़ाएगा और दसेगा कई बार बच्चे नूं किताब किवें पकड़नी ते की होना जेड़ा, और प्यारिओ उत्थे 10वीं नूं पढ़ाण वाला है वो फिर उहदी बेइज्जती कीती जावे, पहली वाले टीचर दी वो बेइज्जती कीती जावे। उदों अगे कोई हैड मास्टर है, कोई प्रिंसीपल है, कोई प्रोफैसर है, कोई यूनीवर्सिटी दे अंदर है, तो वह तो फिर उन्होंने इक्की दुक्की भी ना समझे बई ਇਹਦਾ तो कोई मतलब नहीं, इनू तो आउंदा कख नहीं। नहीं, गुरमुखो सारे ही विद्या देण वाले जिवें हुंदे ना, सारियां कोल ज्ञान है, और ये वखरी बात है, किसी कोल थोड़ा किसी कोल बहुता, और बहुते वाला होमे ना करे ते दूजे नूं नीवां ना दिखावे। नहीं सज्जना, जिन्ना खजाना इनू गुरु ने बख्शिया ये वरताउंदा है, इहदे तो लै ला, जिन्ना क दूजा वरताउंदा है उहदे तो लै ला, तेरा तो भला ही है ना, तेनू तो कुछ मिल ही रहा है ना, गुरु के दात दा, गुरु के बख्शिश दा, उन्होंने पा। कहते निम्रता निरंतरी, गुर सिख सब कुछ पा के निरंतर एक रस, वो निम्रता नूं अंदर रखदा है। कहंदा नहीं ये मेरा नहीं है, मेरे मालक दा सब कुछ है, ते दात ओदी ये दात है, दात रखी हाथ अपने, जिस भावै तिस दे, जिन्हों वो चाहे उन्होंने बोलन की समर्था दे दिंदा है। ते कोई बोल सकदा वो लिख नहीं सकदा, ते कोई लिख सकदा वो बोल नहीं सकदा। बड़े वो गुरसिख भी ने, ऐसे कवि भी मिल जाते हैं, आपने देखे होणगे, कई बार उन्होंने पढ़ना लिखना तो आउंदा नहीं, पर कविता बड़ियां सुंदर बना लेंदे, सफुरन हुंदियां, ते कई विद्वान उन्होंने कविता बनाउणियां आउंदियां ने, ते वो लिखारी भी बन जाते, पर इन्ना बोलते नहीं। भाई डॉक्टर भाई वीर सिंह जेड़े आ ना, बहुत घट उन्होंने किसी ने स्टेज पर बोलते सुनिया, कदे नहीं। तो जे वो कदे आए ना, किसी ने बदो बदी कह ही दिता, उन्हें संगत नूं गुरु की फतेह बुलानी है, पर वो जदों लिखते हैं ना, बकमाल लिखते हैं, वड्डे वड्डे बेशक डॉक्टरां दी डिग्री सारियां कोले, पर जो भाई डॉक्टर भाई वीर सिंह ने लिख दिता वो नहीं किसी तो लिखिया गया। जिहड़ियां कवितावां उन्हें बुना दित्तियां वो किसी तो नहीं जे बनिया, और वो रब दी दात है, जिहड़ा किरपा करदा जिते त्रुटदा है उहदे हत्थ च कलम दे दिंदा है, ते जिहड़ा कलम समझदा ना गुरु दी आ, गुरु ने दिती, वो फिर गुरु दे और नगमे लिखदा, गुरु दियां गल्लां लिखदा है, कि दाते ने कलम वो दिती जेड़े गुरु ग्रंथ साहब महाराज लिख के लिखण सर साहब विखे, और सटियां सी ना कलमां सरोवर विच पाईयां सी, उन्हां विचों एक दे दिती, ते अरदास करदा मालका किरपा करी, जे पकड़ाईओ ते इहदे नाल उदों भी तू बाणी लिखी सी, उदों आप मौजूद सां, अज भी हाज़र है, इस शरीर तो सेवा लैंदा रही। वो निर्माणता विच मेरे वर्गा 2 अखर बोल लवे, जां किते माड़ा जिहा कोई शेर बनाउणा आ जावे, फिर दूजिआं नूं वखरा हो के फुੱਲਦਾ है। उन्हां दा निम्रता गहना, एक रस अंदर निर्माणता वसदी आ,
ਔਰ ਨਿਮਰਤਾ ਦੇ ਪੁੰਜ ਨੇ, ਤੇ ਨਿਮਰਤਾ ਦੇ ਨਾਲ ਸਹਿਜ ਸ਼ਾਂਤੀ ਬੜੀ ਉਹਨਾਂ ਕੋਲ, ਸਕੂਨ ਬੜਾ, ਤੇ ਸਹਿਜ ਗਿਆਨ ਵੀ ਉਹਨਾਂ ਕੋਲ ਬਹੁਤ ਹੈ। ਗਿਆਨ ਦੀ ਵੀ ਘਾਟ ਨਹੀਂ, ਬਾਹਰੀ ਅੰਦਰੂਨੀ ਦੋਵੇਂ ਪ੍ਰਕਾਰ ਦਾ ਗਿਆਨ ਵੀ ਹੈ। ਤੇ ਉਹ ਗਿਆਨ ਨੂੰ ਪਾ ਕੇ ਸ਼ਾਂਤੀ ਉਹਨਾਂ ਕੋਲ, ਤਾਂ ਗਿਆਨ ਤਾਂ ਹੈ ਉਹ ਪਰਮਾਤਮਾ ਵਿੱਚ ਸਮਾਏ ਹੈ, ਉਹ ਇੱਕ ਰੂਪ ਹੋ ਗਏ। ਔਰ ਦੇਖਣ ਨੂੰ ਦਿਸਦਾ ਹੈ ਫਲਾਨਾ ਸਿਉ ਆ, ਪਰ ਉਹ ਰੱਬ ਦੇ ਵਿੱਚ ਮਿਲ ਗਿਆ, ਤੇ ਰੱਬ ਉਹਦੇ ਅੰਦਰ ਪ੍ਰਗਟ ਹੋ ਗਿਆ। ਹੁਣ ਉਹ ਰੱਬ ਜੋ ਅੰਦਰੋਂ ਸਫੁਰਤੀ ਦਿੰਦਾ ਨਾ, ਤਨ ਤਾਂ ਕਬੀਰ ਸਾਹਿਬ ਦਾ ਸੀਗਾ, ਪਰ ਜੋ ਕੁਝ ਬੋਲਦਾ ਸੀ ਨਾ ਉਹ ਰੱਬ ਬੋਲਦਾ ਸੀ। ਤੇ ਉਹ ਰੱਬ ਦੇ ਬੋਲ ਨੇ, ਔਰ ਉਹ ਸਿੱਖਾਂ ਦੇ ਬੋਲ ਨਹੀਂ, ਉਹ ਰੱਬ ਦੇ ਬੋਲ, ਤਨ ਉਹਨਾਂ ਦਾ ਸੀ ਔਰ ਬੋਲ ਉਹਨਾਂ ਦੇ ਸੀ। ਭਾਈ ਗੁਰਦਾਸ ਸਾਹਿਬ ਕਹਿੰਦੇ, ਸੱਜਣੋ ਕਿਤੇ ਆ ਗੁਣ ਅੰਦਰ ਧਾਰਨ ਕਰ ਲਈਏ। ਤੇ ਗੁਰੂ ਜਿਹੜਾ ਹੈ ਨਾ, ਸਿੱਖ ਨੂੰ ਸਿੱਖ ਹੀ ਨਹੀਂ ਰਹਿਣ ਦਿੰਦਾ, ਆਪਣੀ ਤਰ੍ਹਾਂ ਗੁਰੂ ਆਪਣੇ ਵਿੱਚ ਮਿਲਾ ਕੇ ਉਹਨੂੰ ਗੁਰੂ ਰੂਪ ਬਣਾ ਦਿੰਦਾ ਹੈ। ਇੰਨੀ ਦਾਤ ਬਖਸ਼ਦਾ ਹੈ, ਆਪਣੇ ਬਰਾਬਰ ਬਿਠਾ ਲੈਂਦਾ ਹੈ, ਆਪਣਾ ਰੂਪ ਬਣਾ ਦਿੰਦਾ ਹੈ। ਗੁਰੂ ਉਹਦੇ ਤੇ ਇੰਨੀ ਕਿਰਪਾ ਕਰਦਾ ਹੈ। ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜੋ ਕਿਰਪਾ ਕੀਤੀ, ਇਹਦੇ ਸੰਖੇਪ ਰੂਪ ਅੰਦਰ ਹੀ ਆਪ ਨਾਲ ਅਰਥਾਂ ਦੀ ਸਾਂਝ ਪਾਉਣ ਦਾ ਤੁਸ਼ ਬੁੱਧੀ ਨਾਲ ਯਤਨ ਕੀਤਾ ਹੈ। ਇਹਨਾਂ ਦੀ ਵਿਚਾਰ ਇੱਕ ਇੱਕ ਬੋਲ ਦੀ ਬੜੀ ਬੜੀ ਲੰਬੇਰੀ ਆ। ਭਾਈ ਗੁਰਦਾਸ ਸਾਹਿਬ ਜੀ ਦੀ ਬੜੀ ਗੋਝ ਰਚਨਾ ਹੈ। ਕੇਵਲ ਆਪਾਂ ਅੱਖਰੀ ਜੀ ਤੇ ਜਿੰਨੀ ਕੁ ਮੈਨੂੰ ਮੱਤ ਹੈ ਉਨੀ ਕੁ, ਵਿਦਵਾਨਾਂ ਨੇ ਇਹਦਾ ਬਹੁਤ ਬਹੁਤ ਖੁਲਾਸਾ ਕੀਤਾ, ਟੀਕਾਕਾਰਾਂ ਨੇ, ਔਰ ਬਹੁਤ ਵਿਦਵਾਨ ਕਥਾ ਕਰੇ ਤੇ ਪਤਾ ਨਹੀਂ ਉਹ ਇੱਕ ਇੱਕ ਕਵਿਤ ਤੇ ਕਿੰਨਾ ਕਿੰਨਾ ਸਮਾਂ ਬੋਲੀ ਜਾਵੇ, ਕਿਉਂਕਿ ਇੱਕ ਇੱਕ ਬੋਲ ਬਾਣੀ ਨਾਲ ਭਿੱਜਿਆ ਹੋਇਆ ਤੇ ਜੀਵਨ ਵਿੱਚ ਕਮਾਇਆ ਹੋਇਆ ਹੈ। ਐਵੇਂ ਨਹੀਂ, ਗੁਰੂ ਕਿਰਪਾ ਕਰੇ ਇਹ ਗੁਰਮਤ ਸਾਡੀ ਸਮਝ ਆਵੇ, ਸੂਝ-ਬੂਝ ਆਵੇ, ਸਾਡਾ ਆਇਆ ਸਫਲਾ ਹੋ ਸਕੇ। ਅਰਦਾਸ ਤਾਂ ਉਹਨਾਂ ਕੋ ਬੋਲਦਾ ਜਿੰਨੀ ਕੁ ਗੁਰੂ ਮੱਤ ਬਖਸ਼ਦੇ ਗੁਰੂ ਗੋਬਿੰਦ ਸਿੰਘ ਮਹਾਰਾਜ, ਜਿਨ੍ਹਾਂ ਦਾ ਪਾਵਨ ਅਸਥਾਨ ਮਾਤਾ ਸਾਹਿਬ ਕੌਰ ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੰਨੀ ਕੁ ਰਹਿਮਤ ਕਰਦੇ, ਉਹਨਾਂ ਕੋ ਆਪ ਨਾਲ ਸਾਂਝ ਪਾਈ ਜਾਂਦੀ ਏ। ਸਤਿਗੁਰੂ ਔਰ ਆਪ ਗੁਰੂ ਕੀ ਸੰਗਤ ਅੱਗੇ ਵਾਸਤੇ ਮਤ ਬਖਸ਼ਿਆ ਜੇ, ਜੋ ਸਤਿਗੁਰੂ ਤਰਸ ਕਰਕੇ ਇਸ ਸਰੀਰ ਤੋਂ ਇਹ ਸੇਵਾ ਲੈਂਦੇ ਰਹਿਣ ਕਿ ਇਹ ਸਰੀਰ ਔਰ ਗੁਰੂ ਕੀ ਗੱਲ ਗੁਰੂ ਕੀ ਹਜ਼ੂਰੀ ਵਿੱਚ ਗੁਰੂ ਕੀ ਸੰਗਤ ਨੂੰ ਸੁਣਾ ਸਕੇ। ਅਰਦਾਸ ਅੰਦਰ ਸ਼ਾਮਲ ਹੋਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।